ਤਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਸਵਾਗਤ ਕੀਤਾ ਜਾਂਦਾ ਐਮ ਐਗਜ਼ਾਮ ਸਟੱਡੀ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ। ਤਾਂ ਹਾਂਜੀ ਦੋਸਤੋ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪੋਲੀਟੀਕਲ ਸਾਇੰਸ ਟਰਮ 2 ਦਾ ਜਿਹੜਾ ਸੈਂਪਲ ਪੇਪਰ ਲੈ ਕੇ ਆ ਚੁੱਕਿਆ ਵਿਦ ਸੋਲਿਊਸ਼ਨ। ਤਾਂ ਹਾਂਜੀ ਦੋਸਤੋ ਸੋਲਿਊਸ਼ਨ ਵੀ ਅੱਗੇ ਵੀਡੀਓ ਵਿੱਚ ਦੱਸਾਂਗੇ, ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਦੇਖਣਾ। ਤੇ ਜੇਕਰ ਤੁਸੀਂ ਵੀ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਬੈਲ ਆਈਕਨ ਨੂੰ ਆਲ ਤੇ ਪ੍ਰੈਸ ਜ਼ਰੂਰ ਕਰ ਲੈਣਾ। ਤਾਂ ਜੇਕਰ ਤੁਹਾਨੂੰ ਵੀ PDF ਚਾਹੀਦਾ ਤਾਂ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲੈਣਾ। ਸਾਰਿਆਂ ਤੋਂ ਪਹਿਲਾਂ ਆਪਣਾ ਸੈਂਪਲ ਪੇਪਰ ਦੇ ਵਿੱਚ ਭਾਗ ਐੜੇ ਦੇ ਵਿੱਚ ਹੈਗਾ ਹਰੇਕ ਪ੍ਰਸ਼ਨ ਦਾ ਉੱਤਰ 20 ਤੋਂ 30 ਸ਼ਬਦਾਂ ਦੇ ਵਿੱਚ ਹੋਵੇ। ਹਰੇਕ ਪ੍ਰਸ਼ਨ ਜਿਹੜਾ 2 ਅੰਕ ਦਾ ਆਪਾਂ ਨੂੰ ਸਾਰਿਆਂ ਤੋਂ ਪਹਿਲਾਂ ਹੋਊਗਾ। ਇਸ ਦੇ ਵਿੱਚ 4 ਪ੍ਰਸ਼ਨ ਆਪਾਂ ਨੂੰ ਪੁੱਛੇ ਜਾਣਗੇ। ਨੰਬਰ 1 ਹੈਗਾ ਨੌਕਰਸ਼ਾਹੀ ਦੀਆਂ ਕੋਈ 2 ਵਿਸ਼ੇਸ਼ਤਾਵਾਂ ਲਿਖੋ। ਨੰਬਰ 2 ਦਬਾਅ ਸਮੂਹਾਂ ਦੇ ਕੰਮ ਕਰਨ ਦੀਆਂ 2 ਵਿਧੀਆਂ ਲਿਖੋ। ਨੰਬਰ 3 ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਕਦੋਂ ਕੀਤੀ ਗਈ। ਨੰਬਰ 4 ਭਾਰਤ ਦੇ ਪਾਕਿਸਤਾਨ ਨਾਲ ਸੰਬੰਧ ਕਿਸ ਤਰ੍ਹਾਂ ਦੇ ਹਨ। ਇਹਨਾਂ ਦੇ ਸਾਰੇ ਆਨਸਰ ਅੱਗੇ ਵੀਡੀਓ ਵਿੱਚ ਦੱਸਾਂਗੇ, ਇਸ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ। ਤੇ B ਦੇ ਵਿੱਚ ਹੈਗਾ ਕੋਈ 4 ਪ੍ਰਸ਼ਨ ਕਰੋ। ਹਰੇਕ ਪ੍ਰਸ਼ਨ ਦਾ ਉੱਤਰ 5 ਤੋਂ 7 ਵਾਕਾਂ ਵਿੱਚ ਹੋਵੇ। ਜਿਹੜੇ 4 ਅੰਕਾਂ ਦਾ ਆਪਾਂ ਨੂੰ ਪ੍ਰਸ਼ਨ ਪੁੱਛੇ ਜਾਣਗੇ। 4 ਪ੍ਰਸ਼ਨ ਆਪਾਂ ਇਹਨਾਂ ਦੇ ਵਿੱਚੋਂ ਕਰਨੇ ਨੇ। ਪ੍ਰਸ਼ਨ 5ਵਾਂ ਆਪਾਂ ਨੂੰ ਹੈਗਾ ਲੋਕ ਮਤ ਦੇ ਨਿਰਮਾਣ ਵਿੱਚ ਪ੍ਰਿੰਟਿੰਗ ਪ੍ਰੈਸ ਦੀ ਕੀ ਭੂਮਿਕਾ ਹੈ। ਪ੍ਰਸ਼ਨ 6 ਰਾਜਨੀਤਿਕ ਦਲਾਂ ਦੇ ਕੋਈ 4 ਕੰਮ ਲਿਖੋ। ਪ੍ਰਸ਼ਨ 7 ਰਾਸ਼ਟਰੀ ਏਕੀਕਰਨ ਦਾ ਵਿਕਾਸ ਕਰਨ ਲਈ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ। ਪ੍ਰਸ਼ਨ 8 ਸੰਯੁਕਤ ਰਾਸ਼ਟਰ ਦੇ ਮੁੱਖ ਅੰਗਾਂ ਦੇ ਨਾਂ ਲਿਖੋ। ਪ੍ਰਸ਼ਨ 9 ਗੁੱਟ ਨਿਰਲੇਪਤਾ ਦੀ ਨੀਤੀ ਤੋਂ ਕੀ ਭਾਵ ਹੈ। ਪ੍ਰਸ਼ਨ 10 ਭਾਰਤ ਦੀ ਪਰਮਾਣੂ ਨੀਤੀ ਕੀ ਹੈ। ਉਸ ਤੋਂ ਅੱਗੇ ਆਪਣਾ ਜਿਹੜਾ ਹੈਗਾ ਪੈਰਾ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। 4 ਅੰਕਾਂ ਦਾ ਜਿਹੜਾ ਆਪਾਂ ਨੂੰ ਪੈਰਾ ਪੁੱਛਿਆ ਜਾਊਗਾ। ਅਤੇ ਉਸ ਤੋਂ ਅੱਗੇ ਹੈਗਾ ਉੱਤਰ 10 ਤੋਂ 15 ਵਾਕਾਂ ਵਿੱਚ ਹੋਵੇ। ਜਿਹੜਾ 6 ਅੰਕਾਂ ਦਾ ਪ੍ਰਸ਼ਨ ਪੁੱਛਣਾ। 2 ਆਪਾਂ ਇਹਨਾਂ ਦੇ ਵਿੱਚੋਂ ਕਰਨੇ ਨੇ। 12ਵਾਂ ਹੈਗਾ ਨੌਕਰਸ਼ਾਹੀ ਦੀ ਭਰਤੀ ਦੀਆਂ ਵਿਧੀਆਂ ਲਿਖੋ ਜਾਂ ਰਾਜਨੀਤਿਕ ਦਲਾਂ ਦੀ ਪਰਿਭਾਸ਼ਾ ਲਿਖੋ ਅਤੇ ਇਸ ਦੀਆਂ ਕਿਸਮਾਂ ਦੇ ਨਾਮ ਦੱਸੋ। 13ਵਾਂ ਕਸ਼ਮੀਰ ਸਮੱਸਿਆ ਕੀ ਹੈ, ਇਸ ਦਾ ਵਿਸਥਾਰ ਨਾਲ ਵਰਣਨ ਕਰੋ ਜਾਂ ਸਾਰਕ ਦੀ ਸਥਾਪਨਾ ਕਿਉਂ ਕੀਤੀ ਗਈ। ਸਾਰਕ ਦੇਸ਼ਾਂ ਵਿੱਚੋਂ ਭਾਰਤ ਦੀ ਕੀ ਭੂਮਿਕਾ ਹੈ। ਅਤੇ ਇਹ ਸੀ ਆਪਣਾ ਸੈਂਪਲ ਪੇਪਰ 1। ਅਤੇ ਸੈਂਪਲ ਪੇਪਰ ਦੂਜਾ ਜਿਹੜਾ ਹੈਗਾ ਆਪਣਾ ਉਸ ਦੇ ਵਿੱਚ ਪ੍ਰਸ਼ਨ ਨੇ ਨੌਕਰਸ਼ਾਹੀ ਦੀ ਪਰਿਭਾਸ਼ਾ ਲਿਖੋ। 2 ਅੰਕਾਂ ਵਾਲੇ ਨੇ। ਇਹ ਨੰਬਰ 2 ਹੈਗਾ ਹਿੱਤ ਸਮੂਹ ਅਤੇ ਦਬਾਅ ਸਮੂਹ ਵਿੱਚ 2 ਅੰਤਰ। ਨੰਬਰ 3 ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੇ 5 ਸਥਾਈ ਮੈਂਬਰ ਕਿਹੜੇ ਦੇਸ਼ ਹਨ। ਅਤੇ ਪ੍ਰਸ਼ਨ 4 ਭਾਰਤ ਦੇ ਪਾਕਿਸਤਾਨ ਨਾਲ ਸੰਬੰਧ ਕਿਸ ਤਰ੍ਹਾਂ ਦੇ ਹਨ। B ਦੇ ਵਿੱਚ ਹੈਗਾ ਕੋਈ 4 ਪ੍ਰਸ਼ਨ ਕਰੋ। ਹਰੇਕ ਪ੍ਰਸ਼ਨ ਦਾ ਉੱਤਰ 5 ਤੋਂ 7 ਵਾਕਾਂ ਵਿੱਚ ਦਿਓ। 4 ਅੰਕਾਂ ਦੇ ਜਿਹੜੇ ਆਪਾਂ ਨੂੰ ਇਹ ਪ੍ਰਸ਼ਨ ਨੇ ਅਤੇ 4 ਪ੍ਰਸ਼ਨ ਆਪਾਂ ਇਹਦੇ ਵਿੱਚੋਂ ਕਰਨੇ ਨੇ। ਅਤੇ 5ਵਾਂ ਪ੍ਰਸ਼ਨ ਹੈਗਾ ਲੋਕ ਮਤ ਦੇ ਨਿਰਮਾਣ ਵਿੱਚ ਸੋਸ਼ਲ ਮੀਡੀਆ ਦੀ ਕੀ ਭੂਮਿਕਾ ਹੈ। ਪ੍ਰਸ਼ਨ 6 ਲੋਕਤੰਤਰ ਵਿੱਚ ਵਿਰੋਧੀ ਦਲ ਦੀ ਕੀ ਭੂਮਿਕਾ ਹੈ। 7ਵਾਂ ਪ੍ਰਸ਼ਨ ਹੈਗਾ ਰਾਸ਼ਟਰੀ ਏਕੀਕਰਨ ਦੇ ਰਸਤੇ ਵਿੱਚ ਆਉਣ ਵਾਲੀਆਂ ਕੋਈ 3 ਰੁਕਾਵਟਾਂ ਲਿਖੋ। 8ਵਾਂ ਪ੍ਰਸ਼ਨ ਹੈ ਸੰਯੁਕਤ ਰਾਸ਼ਟਰ ਦੇ ਮੁੱਖ ਅੰਗਾਂ ਦੇ ਨਾਂ ਲਿਖੋ। 9ਵਾਂ ਪ੍ਰਸ਼ਨ ਹੈਗਾ ਪੰਚਸ਼ੀਲ ਦੇ ਸਿਧਾਂਤ ਕੀ ਹਨ। ਪ੍ਰਸ਼ਨ ਨੰਬਰ 10 ਭਾਰਤ ਨੇ ਹੁਣ ਤੱਕ ਪਰਮਾਣੂ ਸਮਝੌਤੇ CTBT ਦੇ ਦਸਤਖਤ ਕਿਉਂ ਨਹੀਂ ਕੀਤੇ। ਉਸ ਤੋਂ ਅੱਗੇ ਫਿਰ ਆ ਜਾਊਗਾ ਆਪਣਾ ਪੈਰਾ ਪੜ੍ਹ ਕੇ ਉੱਤਰ ਦਿਓ 4 ਅੰਕਾਂ ਦਾ। ਅਤੇ ਉਸ ਤੋਂ ਬਾਅਦ 6 ਅੰਕਾਂ ਵਾਲੇ ਪ੍ਰਸ਼ਨ ਆਪਾਂ ਨੂੰ ਪੁੱਛੇ ਜਾਣਗੇ। 12ਵਾਂ ਹੈਗਾ ਨੌਕਰਸ਼ਾਹੀ ਨੂੰ ਪ੍ਰਸ਼ਾਸਨ ਦੀ ਰੀੜ੍ਹ ਦੀ ਹੱਡੀ ਕਿਉਂ ਕਿਹਾ ਜਾਂਦਾ ਹੈ ਜਾਂ ਰਾਜਨੀਤਿਕ ਦਲਾਂ ਤੋਂ ਕੀ ਭਾਵ ਹੈ। ਇਹਨਾਂ ਦੇ ਕਾਰਜ ਅਤੇ ਭੂਮਿਕਾ ਦਾ ਵਰਣਨ ਕਰੋ। 13ਵਾਂ ਹੈਗਾ ਭਾਰਤ ਦੀ ਵਿਦੇਸ਼ ਨੀਤੀ ਦੇ ਕੋਈ 6 ਮੁੱਖ ਸਿਧਾਂਤ ਦਾ ਵਰਣਨ ਕਰੋ। ਨਿਸ਼ਚਿਤੀਕਰਨ ਅਤੇ ਵਿਵਸਥੀਕਰਨ ਤੋਂ ਕੀ ਭਾਵ ਹੈ। ਤਾਂ ਹਾਂਜੀ ਇਹ ਜਿਹੜੇ 2 ਸੈਂਪਲ ਪੇਪਰ ਨੇ ਇਹਨਾਂ ਦੇ ਵਿੱਚੋਂ ਆਪਾਂ ਨੂੰ ਕੁਝ ਕੁ ਕੁਐਸਚਨ ਪੇਪਰ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲਣਗੇ। ਤਾਂ ਇਹਨਾਂ ਦਾ ਪੂਰਾ ਸੋਲਿਊਸ਼ਨ ਤੁਸੀਂ ਅੱਗੇ ਵੀਡੀਓ ਵਿੱਚ ਦੇਖੋ ਅਤੇ ਉਸ ਨੂੰ ਪੂਰਾ ਰੀਡ ਵੀ ਕਰ ਦੇਣਾ। ਅਤੇ PDF ਟੈਲੀਗ੍ਰਾਮ ਚੈਨਲ 'ਤੇ ਜਿਹੜਾ ਪ੍ਰੋਵਾਈਡ ਕਰਾ ਦਾਂਗੇ, ਇਸ ਲਈ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰ ਲੈਣਾ। ਤਾਂ ਸਾਰਿਆਂ ਤੋਂ ਪਹਿਲਾਂ ਆਪਾਂ ਪ੍ਰਸ਼ਨ 2 ਅੰਕਾਂ ਵਾਲੇ ਜਿਹੜੇ ਉੱਤਰ ਕਰਾਂਗੇ। ਸਾਰੇ ਇੰਪੋਰਟੈਂਟ ਜਿਹੜੇ ਪ੍ਰਸ਼ਨ ਇਸ ਦੇ ਵਿੱਚ ਹੈਗੇ ਨੇ। ਪ੍ਰਸ਼ਨ ਪਹਿਲਾ ਹੈਗਾ ਨੌਕਰਸ਼ਾਹੀ ਦਾ ਅਰਥ ਸਪਸ਼ਟ ਕਰੋ। ਆਨਸਰ ਹੈਗਾ ਇਸ ਦਾ ਨੌਕਰਸ਼ਾਹੀ ਤੋਂ ਭਾਵ ਉਹਨਾਂ ਕਰਮਚਾਰੀਆਂ ਤੋਂ ਹੈ ਜੋ ਦੇਸ਼ ਦਾ ਪ੍ਰਸ਼ਾਸਨ ਚਲਾਉਣ ਲਈ ਯੋਗਤਾ ਦੇ ਆਧਾਰ 'ਤੇ ਸਥਾਈ ਤੌਰ 'ਤੇ ਨਿਯੁਕਤ ਕੀਤੇ ਜਾਂਦੇ ਹਨ। ਪ੍ਰਸ਼ਨ 2 ਹੈਗਾ ਨੌਕਰਸ਼ਾਹੀ ਦੀਆਂ 2 ਮੁੱਖ ਵਿਸ਼ੇਸ਼ਤਾਵਾਂ ਲਿਖੋ। ਇਸ ਦਾ ਆਨਸਰ ਹੈਗਾ ਨੌਕਰਸ਼ਾਹੀ ਦਾ ਮੈਂਬਰ ਆਪਣੇ ਕੰਮਾਂ ਵਿੱਚ ਨਿਪੁੰਨ ਅਤੇ ਮਾਹਿਰ ਹੁੰਦੇ ਹਨ। ਨੰਬਰ 2 ਨੌਕਰਸ਼ਾਹੀ ਦੇ ਮੈਂਬਰਾਂ ਦੀ ਨਿਯੁਕਤੀ ਯੋਗਤਾ ਦੇ ਆਧਾਰ 'ਤੇ ਨਿਰਪੱਖ ਰੂਪ ਵਿੱਚ ਹੁੰਦੀ ਹੈ। ਉਸ ਤੋਂ ਅੱਗੇ ਤੀਜਾ ਪ੍ਰਸ਼ਨ ਹੈਗਾ ਲੋਕ ਸੇਵਾਵਾਂ ਦਾ ਕੀ ਮਹੱਤਵ ਹੈ। ਇਹ ਨਿਰਪੱਖ ਰਹਿੰਦੀਆਂ ਹੋਈਆਂ ਰਾਜ ਦਾ ਰਾਜ ਪ੍ਰਬੰਧ ਚਲਾਉਂਦੀ ਹੈ ਅਤੇ ਇਮਾਨਦਾਰੀ ਅਤੇ ਪੂਰੀ ਨਿਸ਼ਠਾ ਨਾਲ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨੀਤੀਆਂ ਨੂੰ ਲਾਗੂ ਕਰਦੀ ਹੈ। ਪ੍ਰਸ਼ਨ 4 ਹੈਗਾ ਨੌਕਰਸ਼ਾਹੀ ਦੇ ਕੰਮ ਦੱਸੋ। ਆਨਸਰ ਹੈਗਾ ਨੰਬਰ 1 ਮੰਤਰੀ ਮੰਡਲ ਨੂੰ ਸਹਿਯੋਗ ਦੇਣਾ। ਨੰਬਰ 2 ਸਰਕਾਰ ਦੀਆਂ ਨੀਤੀਆਂ ਨੂੰ ਲਾਗੂ ਕਰਨਾ। ਪ੍ਰਸ਼ਨ 5 ਹੈਗਾ ਨੌਕਰਸ਼ਾਹੀ ਦਾ ਸ਼ਬਦੀ ਅਰਥ ਸਮਝਾਓ। ਆਨਸਰ ਹੈਗਾ ਇਸ ਦਾ ਨੌਕਰਸ਼ਾਹੀ ਅੰਗਰੇਜ਼ੀ ਭਾਸ਼ਾ ਦੇ ਸ਼ਬਦ
ਯੂਕਰੇਸੀ ਦਾ ਅਨੁਵਾਦ ਹੈ ਜੋ ਫ੍ਰੈਂਚ ਭਾਸ਼ਾ ਦੇ ਵਯੂਰੋ ਅਤੇ ਯੂਨਾਨੀ ਭਾਸ਼ਾ ਦੇ ਕ੍ਰੇਸੀ ਤੋਂ ਮਿਲ ਕੇ ਬਣਿਆ ਹੈ, ਜਿਸ ਦਾ ਕ੍ਰਮਵਾਰ ਅਰਥ ਹੈ ਡੈਕਸ, ਕੁਰਸੀ 'ਤੇ ਬੈਠਣ, ਕੰਮ ਕਰਨ ਵਾਲਾ ਅਧਿਕਾਰੀ ਵਰਗ। ਉਸ ਤੋਂ ਅੱਗੇ ਪ੍ਰਸ਼ਨ ਨੰਬਰ 6 ਹੈਗਾ ਲੋਕ ਸੇਵਾ ਦਾ ਕੀ ਅਰਥ ਹੈ। ਇਸ ਦਾ ਆਨਸਰ ਹੈਗਾ ਨੌਕਰਸ਼ਾਹੀ ਦਾ ਦੂਜਾ ਨਾਮ ਲੋਕ ਸੇਵਾ ਹੈ, ਜੋ ਨਿਰਪੱਖ ਹੋ ਕੇ ਦੇਸ਼ ਦਾ ਪ੍ਰਸ਼ਾਸਨ ਚਲਾਉਂਦੇ ਹਨ ਅਤੇ ਸਥਾਈ ਤੌਰ 'ਤੇ ਨਿਸ਼ਚਿਤ ਕਾਰਜਕਾਲ ਤੱਕ ਆਪਣੇ ਅਹੁਦੇ 'ਤੇ ਬਿਰਾਜਮਾਨ ਰਹਿੰਦੇ ਹਨ। ਪ੍ਰਸ਼ਨ 7 ਹੈਗਾ ਪ੍ਰਤੱਖ ਜਾਂ ਬਾਹਰੀ ਭਰਤੀ ਦੇ ਦੋ ਗੁਣ ਲਿਖੋ। ਉੱਤਰ ਹੈਗਾ ਇਸ ਦਾ ਇਸ ਵਿੱਚ ਨਿਯੁਕਤ ਪੱਖਪਾਤ ਰਹਿਤ ਅਤੇ ਯੋਗਤਾ ਦੇ ਅਨੁਰੂਪ ਹੁੰਦੀ ਹੈ। ਨੰਬਰ 2 ਇਸ ਵਿੱਚ ਚੋਣ ਦਾ ਖੇਤਰ ਵਿਆਪਕ ਹੋਣ ਕਾਰਨ ਯੋਗ ਵਿਅਕਤੀਆਂ ਨੂੰ ਛਾਂਟ ਕੇ ਲੋਕ ਸੇਵਾ ਵਿੱਚ ਲਗਾਇਆ ਜਾ ਸਕਦਾ ਹੈ। ਪ੍ਰਸ਼ਨ 8 ਹੈਗਾ ਰਾਜਨੀਤਿਕ ਕਾਰਜਪਾਲਿਕਾ ਦੇ ਦੋ ਕੰਮ ਲਿਖੋ। ਆਨਸਰ ਹੈਗਾ ਪੁਆਇੰਟ ਨੰਬਰ 1 ਇਹ ਪ੍ਰਤੱਖ ਅਤੇ ਅਪ੍ਰਤੱਖ ਰੂਪ ਨਾਲ ਰਾਜਨੀਤਿਕ ਆਧਾਰ 'ਤੇ ਗਠਿਤ ਕੀਤੀ ਜਾਂਦੀ ਹੈ। ਨੰਬਰ 2 ਇਹਨਾਂ ਦਾ ਕਾਰਜਕਾਲ ਬਹੁਤ ਲੰਮਾ ਨਹੀਂ ਹੁੰਦਾ ਬਲਕਿ ਸਧਾਰਨ ਤੌਰ 'ਤੇ 5 ਸਾਲ ਦਾ ਹੁੰਦਾ ਹੈ। ਉਸ ਤੋਂ ਅੱਗੇ ਪ੍ਰਸ਼ਨ 9ਵਾਂ ਹੈਗਾ ਚੰਗੀ ਨੌਕਰਸ਼ਾਹੀ ਦੇ ਦੋ ਗੁਣ ਲਿਖੋ। ਇਸ ਦਾ ਆਨਸਰ ਹੈਗਾ ਨੰਬਰ 1 ਯੋਗਤਾ। ਨੌਕਰਸ਼ਾਹੀ ਦੇ ਮੈਂਬਰ ਯੋਗ ਅਤੇ ਨਿਪੁੰਨ ਹੋਣੇ ਚਾਹੀਦੇ ਹਨ ਤਾਂ ਕਿ ਉਹ ਪ੍ਰਸ਼ਾਸਨ ਨੂੰ ਠੀਕ ਢੰਗ ਨਾਲ ਚਲਾ ਸਕਣ। ਨੰਬਰ 2 ਕਾਰਜਕੁਸ਼ਲਤਾ। ਇਸ ਦੇ ਮੈਂਬਰ ਆਪਣੇ ਕੰਮ ਕਰਨ ਵਿੱਚ ਕੁਸ਼ਲ ਹੋਣੇ ਚਾਹੀਦੇ ਹਨ ਅਤੇ ਉਹਨਾਂ ਨੂੰ ਆਪਣੇ ਕੰਮਾਂ ਨੂੰ ਕਰਨ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਪ੍ਰਸ਼ਨ 10 ਨੌਕਰਸ਼ਾਹੀ ਦੇ ਦੋ ਕਾਰਜ ਲਿਖੋ। ਆਨਸਰ ਹੈਗਾ ਨੰਬਰ 1 ਨੀਤੀ ਨਿਰਮਾਣ। ਨੌਕਰਸ਼ਾਹੀ ਮੰਤਰੀ ਮੰਡਲ ਨੂੰ ਨੀਤੀ ਨਿਰਮਾਣ ਵਿੱਚ ਮਦਦ ਦਿੰਦੀ ਹੈ। ਪੁਆਇੰਟ 2 ਨੀਤੀਆਂ ਲਾਗੂ ਕਰਨਾ। ਇਹ ਨੀਤੀਆਂ ਨਿਰਮਾਣ ਦੇ ਨਾਲ ਨਾਲ ਇਹਨਾਂ ਨੂੰ ਕੁਸ਼ਲਤਾ ਅਤੇ ਇਮਾਨਦਾਰੀ ਨਾਲ ਲਾਗੂ ਵੀ ਕਰਦੀ ਹੈ। ਪ੍ਰਸ਼ਨ 11ਵਾਂ ਆਪਣਾ ਹੈਗਾ ਲੋਕ ਮਤ ਤੋਂ ਤੁਹਾਡਾ ਕੀ ਮਹੱਤਵ ਹੈ। ਆਨਸਰ ਹੈਗਾ ਇਸ ਦਾ ਜਨਮਤ ਮਾਮਲਿਆਂ ਉੱਤੇ ਲੋਕਾਂ ਦੀ ਰਾਏ ਜਦ ਬਹੁਮਤ ਵਿੱਚ ਹੋਵੇ ਅਤੇ ਸਮਾਜ ਦੀ ਭਲਾਈ ਲਈ ਹੋਵੇ ਤਾਂ ਉਸ ਨੂੰ ਲੋਕ ਮਤ ਕਿਹਾ ਜਾਂਦਾ ਹੈ। ਲੋਕ ਮਤ ਨੂੰ ਘੱਟ ਗਿਣਤੀ ਵੱਲੋਂ ਡਰ ਨਾਲ ਨਹੀਂ ਸਗੋਂ ਸਹਿਮਤੀ ਨਾਲ ਸਵੀਕਾਰ ਹੋਣਾ ਚਾਹੀਦਾ ਹੈ। ਅੱਗੇ ਹੈਗਾ ਪ੍ਰਸ਼ਨ 12ਵਾਂ ਲੋਕ ਮਤ ਦੀ ਕੋਈ ਦੋ ਪਰਿਭਾਸ਼ਾਵਾਂ ਲਿਖੋ। ਆਨਸਰ ਹੈਗਾ ਨੰਬਰ 1 ਡਾਕਟਰ ਬੋਨੀ ਪ੍ਰਸਾਦ ਅਨੁਸਾਰ ਲੋਕ ਮਤ ਸਹੀ ਅਰਥਾਂ ਵਿੱਚ ਉਸ ਸਮੇਂ ਹੀ ਲੋਕ ਮਤ ਬਣਦਾ ਹੈ ਜਦੋਂ ਉਹ ਸਮੁੱਚੇ ਸਮਾਜ ਦੇ ਕਲਿਆਣ ਦੀ ਭਾਵਨਾ ਨਾਲ ਪ੍ਰੇਰਿਤ ਹੋਇਆ ਹੋਵੇ। ਨੰਬਰ 2 ਵਿਲੋਬੀ ਅਨੁਸਾਰ ਕਿਸੇ ਵੀ ਮਨੁੱਖੀ ਸਮਾਜ ਵਿੱਚ ਲੋਕ ਮਤ ਉਹ ਹੁੰਦਾ ਹੈ ਜੋ ਸਾਂਝੇ ਹਿੱਤਾਂ ਦੇ ਮਾਮਲਿਆਂ ਸੰਬੰਧੀ ਵਿਚਾਰ ਕਰਦੇ ਹਨ ਅਤੇ ਆਪਣੀ ਰਾਏ ਬਣਾਉਂਦੇ ਹਨ। ਉਸ ਤੋਂ ਅੱਗੇ 13ਵਾਂ ਪ੍ਰਸ਼ਨ ਹੈਗਾ ਲੋਕ ਮਤ ਦੀਆਂ ਦੋ ਵਿਸ਼ੇਸ਼ਤਾਵਾਂ। ਆਨਸਰ ਹੈਗਾ ਨੰਬਰ 1 ਲੋਕ ਮਤ ਤਰਕਪੂਰਨ ਹੁੰਦਾ ਹੈ। ਕੋਈ ਵੀ ਮਤ ਉਸ ਸਮੇਂ ਬਹੁਮਤ ਬਣਦਾ ਹੈ ਜਦੋਂ ਉਸ ਸੰਬੰਧੀ ਆਮ ਸਹਿਮਤੀ ਹੋਵੇ ਅਤੇ ਸਹਿਮਤੀ ਪ੍ਰਾਪਤ ਕਰਨ ਲਈ ਲੋਕਾਂ ਦਾ ਤਰਕਪੂਰਨ ਹੋਣਾ ਬਹੁਤ ਜ਼ਰੂਰੀ ਹੈ। ਪੁਆਇੰਟ 2 ਲੋਕਾਂ ਦਾ ਸਰੂਪ ਸਕਾਰਾਤਮਕ ਹੋਣਾ ਚਾਹੀਦਾ ਹੈ। ਲੋਕ ਮਤ ਦਾ ਉਦੇਸ਼ ਸਮੁੱਚੇ ਲੋਕਾਂ ਦੀ ਭਲਾਈ ਕਰਨਾ ਹੁੰਦਾ ਹੈ। ਇਹ ਸਮਾਜ ਦੇ ਕਿਸੇ ਵੀ ਵਿਸ਼ੇਸ਼ ਵਰਗ ਨੂੰ ਹਾਨੀ ਪਹੁੰਚਾਉਣ ਵਾਲਾ ਨਹੀਂ ਹੁੰਦਾ। ਪ੍ਰਸ਼ਨ 14ਵਾਂ ਹੈਗਾ ਲੋਕ ਮਤ ਦੇ ਨਿਰਮਾਣ ਅਤੇ ਪ੍ਰਗਟਾ ਦੇ ਵੀ ਸਾਧਨ ਲਿਖੋ। ਨੰਬਰ 1 ਹੈਗਾ ਪ੍ਰੈਸ, ਸਮਾਚਾਰ ਪੱਤਰ, ਰਸਾਲੇ ਆਦਿ ਲੋਕ ਮਤ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਛਪਣ ਵਾਲੀਆਂ ਖਬਰਾਂ ਲੋਕਾਂ ਦੇ ਵਿਚਾਰਾਂ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ। ਨੰਬਰ 2 ਰਾਜਨੀਤਿਕ ਦਲ। ਹਰੇਕ ਰਾਜਨੀਤਿਕ ਦਲ ਦਾ ਮੁੱਖ ਉਦੇਸ਼ ਲੋਕ ਮਤ ਨੂੰ ਆਪਣੇ ਪੱਖ ਵਿੱਚ ਕਰਕੇ ਸੱਤਾ ਹਾਸਿਲ ਕਰਨਾ ਹੁੰਦਾ ਹੈ। ਇਸ ਲਈ ਉਹ ਜਨਤਕ ਸਭਾਵਾਂ ਰਾਹੀਂ, ਪ੍ਰੈਸ ਰਾਹੀਂ, ਮੀਡੀਆ ਰਾਹੀਂ ਜਾਂ ਨਿੱਜੀ ਰੂਪ ਵਿੱਚ ਲੋਕਾਂ ਤੱਕ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਦੇ ਹਨ। ਅੱਗੇ ਹੈਗਾ ਪ੍ਰਸ਼ਨ 15ਵਾਂ ਸਵਸਥ ਲੋਕ ਮਤ ਦੇ ਨਿਰਮਾਣ ਲਈ ਦੋ ਜ਼ਰੂਰੀ ਸ਼ਰਤਾਂ ਲਿਖੋ। ਆਨਸਰ ਹੈਗਾ ਨੰਬਰ 1 ਸੁਚੇਤ ਨਾਗਰਿਕ। ਲੋਕਤੰਤਰ ਦੀ ਸਫਲਤਾ ਲਈ ਅਜਿਹੇ ਨਾਗਰਿਕ ਦੀ ਲੋੜ ਹੈ ਜੋ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਲਈ ਸੁਚੇਤ ਹੋਣ ਅਤੇ ਦੇਸ਼ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਪੂਰਨ ਸਹਿਯੋਗ ਦੇਣ। ਅਜਿਹੇ ਨਾਗਰਿਕ ਹੀ ਸਵਸਥ ਲੋਕ ਮਤ ਦਾ ਨਿਰਮਾਣ ਕਰ ਸਕਦੇ ਹਨ। ਨੰਬਰ 2 ਸੁਤੰਤਰ ਅਤੇ ਨਿਰਪੱਖ ਪ੍ਰੈਸ। ਪ੍ਰੈਸ ਨੂੰ ਲੋਕਤੰਤਰ ਦਾ ਪਹਿਰੇਦਾਰ ਕਿਹਾ ਜਾਂਦਾ ਹੈ। ਕੇਵਲ ਇਮਾਨਦਾਰ, ਨਿਰਪੱਖ, ਨਿਡਰ ਅਤੇ ਸੁਤੰਤਰ ਪ੍ਰੈਸ ਹੀ ਇੱਕ ਸਵਸਥ ਲੋਕ ਮਤ ਦਾ ਨਿਰਮਾਣ ਕਰਨ ਵਿੱਚ ਸਹਾਇਕ ਸਿੱਧ ਹੋ ਸਕਦੀ ਹੈ। ਪ੍ਰਸ਼ਨ 16ਵਾਂ ਦ੍ਰਿੜ ਲੋਕ ਮਤ ਦੇ ਨਿਰਮਾਣ ਦੇ ਰਸਤੇ ਵਿੱਚ ਆਉਣ ਵਾਲੀਆਂ ਦੋ ਰੁਕਾਵਟਾਂ ਲਿਖੋ। ਨੰਬਰ 1 ਅਨਪੜ੍ਹਤਾ। ਅਨਪੜ੍ਹ ਵਿਅਕਤੀ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਲਈ ਦੂਸਰੇ ਵਿਅਕਤੀ ਦੀ ਰਾਏ 'ਤੇ ਨਿਰਭਰ ਕਰਦਾ ਹੈ। ਇਸ ਲਈ ਉਹ ਸੁਤੰਤਰ ਰੂਪ ਵਿੱਚ ਕਿਸੇ ਵੀ ਸਮੱਸਿਆ ਨੂੰ ਸਮਝ ਨਹੀਂ ਸਕਦਾ, ਜੋ ਕਿ ਇੱਕ ਸਵਸਥ ਲੋਕ ਮਤ ਦੇ ਰਾਹ ਵਿੱਚ ਬਹੁਤ ਵੱਡੀ ਰੁਕਾਵਟ ਹੈ। ਨੰਬਰ 2 ਸਿਧਾਂਤਹੀਨ ਰਾਜਨੀਤਿਕ ਦਲ। ਜਿਹੜੇ ਰਾਜਨੀਤਿਕ ਦਲ ਕਿਸੇ ਖਾਸ ਰਾਜਨੀਤਿਕ ਜਾਂ ਆਰਥਿਕ ਵਿਚਾਰਧਾਰਾ 'ਤੇ ਆਧਾਰਿਤ ਨਹੀਂ ਹੁੰਦੇ, ਉਹ ਜਾਤ, ਧਰਮ, ਭਾਸ਼ਾ, ਨਸਲ ਆਦਿ ਦੇ ਆਧਾਰ 'ਤੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ, ਜੋ ਕਿ ਸਵਸਥ ਲੋਕ ਮਤ ਲਈ ਖਤਰਾ ਉਤਪੰਨ ਕਰਦੇ ਹਨ।
ਉਸ ਤੋਂ ਅੱਗੇ ਹੈਗਾ ਪ੍ਰਸ਼ਨ 17ਵਾਂ, ਲੋਕਮਤ ਦੀ ਲੋਕਤੰਤਰ ਵਿੱਚ ਕੀ ਮਹੱਤਤਾ ਹੈ। ਆਨਸਰ ਹੈਗਾ ਲੋਕਮਤ ਹੀ ਲੋਕਤੰਤਰ ਦਾ ਮੂਲ ਆਧਾਰ ਹੈ। ਲੋਕਤੰਤਰੀ ਪ੍ਰਣਾਲੀ ਵਿੱਚ ਸ਼ਾਸਕ ਦਲ, ਵਿਰੋਧੀ ਦਲ, ਰਾਜਨੀਤਿਕ ਦਲ ਆਦਿ ਸੰਸਥਾਵਾਂ ਲੋਕਮਤ ਦੇ ਵਿਸ਼ਵਾਸ 'ਤੇ ਆਧਾਰਿਤ ਹੁੰਦੀਆਂ ਹਨ। ਜੇਕਰ ਲੋਕਮਤ ਉਹਨਾਂ ਦੇ ਵਿਰੁੱਧ ਹੋ ਜਾਵੇ ਤਾਂ ਉਹ ਆਪਣੀਆਂ ਪਦਵੀਆਂ 'ਤੇ ਕਾਇਮ ਨਹੀਂ ਰਹਿ ਸਕਦੇ ਤੇ ਮੌਲਿਕ ਅਧਿਕਾਰਾਂ ਦੀ ਰੱਖਿਆ। ਜੇਕਰ ਦ੍ਰਿੜ ਲੋਕਮਤ ਨਹੀਂ ਹੋਵੇਗਾ ਤਾਂ ਸ਼ਾਸਕ ਆਪਣੇ ਹਿੱਤ ਦੀ ਰੱਖਿਆ ਲਈ ਲੋਕਾਂ ਦੇ ਮੌਲਿਕ ਅਧਿਕਾਰਾਂ ਦੀ ਅਣਦੇਖੀ ਕਰ ਸਕਦੇ ਹਨ। ਪਰ ਸੁਚੇਤ ਨਾਗਰਿਕ ਦੁਆਰਾ ਸਥਾਪਿਤ ਲੋਕਮਤ ਆਪਣੇ ਅਧਿਕਾਰਾਂ ਨੂੰ ਸੁਰੱਖਿਅਤ ਰੱਖਣ ਵਿੱਚ ਸਫਲ ਹੁੰਦੇ ਹਨ। ਅੱਗੇ ਹੈਗਾ ਪ੍ਰਸ਼ਨ 18ਵਾਂ, ਬਿਜਲੀ ਸਾਧਨ, ਰੇਡੀਓ ਅਤੇ ਦੂਰਦਰਸ਼ਨ ਲੋਕਮਤ ਦਾ ਨਿਰਮਾਣ ਕਿਵੇਂ ਕਰਦੇ ਹਨ। ਪੁਆਇੰਟ 1 ਹੈਗਾ ਆਕਾਸ਼ਵਾਣੀ ਰੇਡੀਓ ਅਨਪੜ੍ਹ ਵਿਅਕਤੀ ਦੇ ਵਿਚਾਰਾਂ ਨੂੰ ਪ੍ਰਭਾਵਿਤ ਕਰਨ ਦਾ ਇੱਕ ਮਹੱਤਵਪੂਰਨ ਸਾਧਨ ਰੇਡੀਓ ਹੈ। ਇਸ ਵਿੱਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ, ਵਿਚਾਰ, ਖਬਰਾਂ ਆਦਿ ਲੋਕਾਂ ਦੀ ਜਾਣਕਾਰੀ ਵਿੱਚ ਵਾਧਾ ਕਰਦੇ ਹਨ। ਇਹ ਜਾਣਕਾਰੀ ਲੋਕਮਤ ਦੇ ਨਿਰਮਾਣ ਵਿੱਚ ਬਹੁਤ ਸਹਾਇਕ ਹੁੰਦੀ ਹੈ। ਪੁਆਇੰਟ ਨੰਬਰ 2 ਦੂਰਦਰਸ਼ਨ, ਸੰਚਾਰ ਦਾ ਦੂਜਾ ਮਹੱਤਵਪੂਰਨ ਸਾਧਨ ਦੂਰਦਰਸ਼ਨ ਅੱਜ ਲੋਕਾਂ ਦੀ ਮੌਲਿਕ ਲੋੜ ਬਣ ਚੁੱਕਾ ਹੈ। ਮਨੋਰੰਜਨ ਤੋਂ ਇਲਾਵਾ ਦੇਸ਼ ਵਿਦੇਸ਼ ਦੀਆਂ ਘਟਨਾਵਾਂ, ਰਾਜਨੀਤਿਕ ਦਲਾਂ ਵੱਲੋਂ ਕੀਤੇ ਵਿਚਾਰ, ਟਿੱਪਣੀਆਂ ਲੋਕਾਂ 'ਤੇ ਬਹੁਤ ਪ੍ਰਭਾਵ ਪਾਉਂਦੀਆਂ ਹਨ ਜੋ ਕਿ ਲੋਕਮਤ ਦੇ ਨਿਰਮਾਣ ਵਿੱਚ ਸਹਾਇਕ ਹੁੰਦੀਆਂ ਹਨ। ਪ੍ਰਸ਼ਨ 19ਵਾਂ ਹੈਗਾ ਚੋਣਾਂ ਦਾ ਲੋਕਮਤ ਵਿੱਚ ਕੀ ਯੋਗਦਾਨ ਹੈ। ਆਨਸਰ ਹੈਗਾ ਚੋਣਾਂ ਦੇ ਸਮੇਂ ਰਾਜਨੀਤਿਕ ਦਲ ਪੂਰੀ ਤਰ੍ਹਾਂ ਸਰਗਰਮ ਹੁੰਦੇ ਹਨ। ਜਿੱਥੇ ਸਰਕਾਰ ਆਪਣੀਆਂ ਸਫਲਤਾਵਾਂ ਦਾ ਪ੍ਰਚਾਰ ਕਰਦੀ ਹੈ ਉੱਥੇ ਹੀ ਵਿਰੋਧੀ ਦਲ ਉਹਨਾਂ ਦੀਆਂ ਉਨਤਾਈਆਂ ਲੋਕਾਂ ਤੱਕ ਪਹੁੰਚਾਉਂਦੇ ਹਨ। ਜਨਤਕ ਸਭਾਵਾਂ ਪ੍ਰਚਾਰ ਦੇ ਸਾਧਨਾਂ ਤੱਕ ਪਹੁੰਚਣ ਦਾ ਅਤੇ ਉਹਨਾਂ ਨੂੰ ਪ੍ਰਭਾਵਿਤ ਕਰਨ ਦਾ ਹਰ ਢੰਗ ਵਰਤਿਆ ਜਾਂਦਾ ਹੈ। ਉਸ ਸਮੇਂ ਉਹਨਾਂ ਦਾ ਇਹ ਪ੍ਰਚਾਰ ਲੋਕਮਤ ਨੂੰ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਪ੍ਰਭਾਵਿਤ ਕਰਦਾ ਹੈ। ਪ੍ਰਸ਼ਨ 20ਵਾਂ ਹੈਗਾ ਆਦਰਸ਼ ਸਿੱਖਿਆ ਪ੍ਰਣਾਲੀ ਸਵਸਥ ਲੋਕਤੰਤਰ ਦੇ ਨਿਰਮਾਣ ਲਈ ਕਿਵੇਂ ਸਹਾਇਕ ਹੁੰਦਾ ਹੈ। ਆਨਸਰ ਹੈਗਾ ਇੱਕ ਆਦਰਸ਼ ਸਿੱਖਿਆ ਪ੍ਰਣਾਲੀ ਲੋਕਾਂ ਦੇ ਦ੍ਰਿਸ਼ਟੀਕੋਣ ਨੂੰ ਵਿਵੇਕਸ਼ੀਲਤਾ, ਉਸਾਰੂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਰੂਪ ਪ੍ਰਦਾਨ ਕਰ ਸਕਦੀ ਹੈ ਜਿਸ ਰਾਹੀਂ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋਵੇ। ਉਹਨਾਂ ਦੇ ਦ੍ਰਿਸ਼ਟੀਕੋਣ ਨੂੰ ਜਨਮ, ਜਾਤ, ਨਸਲ, ਰੰਗ ਭੇਦ ਆਦਿ ਤੋਂ ਮੁਕਤ ਕਰ ਸਕੇ। ਅਜਿਹੇ ਦ੍ਰਿਸ਼ਟੀਕੋਣ ਵਾਲੇ ਨਾਗਰਿਕ ਹੀ ਸਵਸਥ ਲੋਕਮਤ ਦਾ ਨਿਰਮਾਣ ਕਰ ਸਕਦੇ ਹਨ। ਅੱਗੇ ਆਪਣਾ ਹੈਗਾ ਪ੍ਰਸ਼ਨ 21ਵਾਂ, ਭਾਰਤੀ ਰਾਜਨੀਤਿਕ ਪ੍ਰਣਾਲੀ ਵਿੱਚ ਰਾਜਨੀਤਿਕ ਦਲਾਂ ਦਾ ਕੀ ਮਹੱਤਵ ਹੈ। ਆਨਸਰ ਹੈਗਾ ਭਾਰਤ ਵਿੱਚ ਸੰਸਦੀ ਲੋਕਤੰਤਰ ਦੀ ਸਥਾਪਨਾ ਕੀਤੀ ਗਈ ਹੈ। ਸੰਸਦੀ ਲੋਕਤੰਤਰ ਚੰਗੀ ਤਰ੍ਹਾਂ ਸੰਗਠਿਤ ਰਾਜਨੀਤਿਕ ਦਲਾਂ ਦੇ ਸਹਾਰੇ ਚੱਲਦਾ ਹੈ। ਜਿਸ ਦਲ ਨੂੰ ਰਾਜ ਵਿਧਾਨ ਮੰਡਲ ਦੇ ਲੋਕਪ੍ਰਿਯ ਸਦਨ ਵਿੱਚ ਬਹੁਮਤ ਪ੍ਰਾਪਤ ਹੁੰਦਾ ਹੈ ਉਹ ਦਲ ਸਰਕਾਰ ਦੀ ਸਥਾਪਨਾ ਕਰਦਾ ਹੈ। ਦੂਸਰੇ ਦਲ ਵਿਰੋਧੀ ਦਲ ਦਾ ਕਾਰਜ ਕਰਦੇ ਹਨ। 22ਵਾਂ ਪ੍ਰਸ਼ਨ ਹੈਗਾ ਭਾਰਤ ਵਿੱਚ ਕਿਸ ਤਰ੍ਹਾਂ ਦੀ ਦਲ ਪ੍ਰਣਾਲੀ ਹੈ। ਆਨਸਰ ਹੈਗਾ ਭਾਰਤ ਵਿੱਚ ਬਹੁਦਲੀ ਪ੍ਰਣਾਲੀ ਹੈ। ਭਾਰਤ ਰਾਜਨੀਤਿਕ ਖੇਤਰ ਵਿੱਚ ਬਹੁਤ ਸਾਰੇ ਰਾਜਨੀਤਿਕ ਦਲ ਕਿਰਿਆਸ਼ੀਲ ਹਨ। ਵਰਤਮਾਨ ਸਮੇਂ ਵਿੱਚ ਭਾਰਤ ਵਿੱਚ 7 ਰਾਸ਼ਟਰੀ ਮਾਨਤਾ ਪ੍ਰਾਪਤ ਅਤੇ 59 ਰਾਜ ਪੱਧਰ 'ਤੇ ਮਾਨਤਾ ਪ੍ਰਾਪਤ ਦਲ ਹਨ। 23ਵਾਂ ਪ੍ਰਸ਼ਨ ਕਿਸ ਆਧਾਰ 'ਤੇ ਰਾਜਨੀਤਿਕ ਦਲ ਨੂੰ ਖੇਤਰੀ ਦਲ ਦਾ ਨਾਂ ਦਿੱਤਾ ਜਾਂਦਾ ਹੈ। ਆਨਸਰ ਹੈਗਾ ਕਿਸੇ ਦਲ ਨੂੰ ਖੇਤਰੀ ਜਾਂ ਰਾਜ ਪੱਧਰ ਦੇ ਦਲ ਦੀ ਮਾਨਤਾ ਤਦ ਹੀ ਦਿੱਤੀ ਜਾ ਸਕਦੀ ਹੈ ਜਦ ਉਸ ਦਲ ਨੂੰ ਉਸ ਰਾਜ ਵਿੱਚ ਲੋਕ ਸਭਾ ਦਾ ਰਾਜ ਵਿਧਾਨ ਸਭਾ ਲਈ ਹੋਇਆ ਚੋਣਾਂ ਵਿੱਚ ਕੁੱਲ ਜਾਇਜ਼ ਵੋਟਾਂ ਦਾ 6% ਹਿੱਸਾ ਪ੍ਰਾਪਤ ਹੋਵੇ ਅਤੇ ਉਸ ਰਾਜ ਵਿਧਾਨ ਸਭਾ ਵਿੱਚ ਘੱਟ ਤੋਂ ਘੱਟ 2 ਸਥਾਨ ਹਾਸਲ ਹੋਣ। ਪ੍ਰਸ਼ਨ 24ਵਾਂ ਹੈਗਾ ਕਿਸ ਆਧਾਰ 'ਤੇ ਕਿਸੇ ਰਾਜਨੀਤਿਕ ਦਲ ਨੂੰ ਰਾਸ਼ਟਰੀ ਦਲ ਦਾ ਨਾਂ ਦਿੱਤਾ ਜਾਂਦਾ ਹੈ। ਆਨਸਰ ਹੈਗਾ ਰਾਸ਼ਟਰੀ ਦਲ ਦੀ ਮਾਨਤਾ ਹਾਸਲ ਕਰਨ ਲਈ ਇੱਕ ਦਲ ਨੂੰ ਲੋਕ ਸਭ ਦੀਆਂ ਚੋਣਾਂ ਜਾਂ 4 ਜ਼ਿਆਦਾ ਰਾਜ ਦੀਆਂ ਵਿਧਾਨ ਸਭਾਵਾਂ ਲਈ ਚੋਣਾਂ ਵਿੱਚ ਘੱਟ ਤੋਂ ਘੱਟ 6% ਵੋਟ ਹਾਸਲ ਹੋਣੇ ਚਾਹੀਦੇ ਹਨ। ਇਸ ਦੇ ਇਲਾਵਾ ਉਸ ਨੂੰ ਕਿਸੇ ਵੀ ਰਾਜ ਦੀ ਵਿਧਾਨ ਸਭਾ ਵਿੱਚ ਘੱਟ ਤੋਂ ਘੱਟ 4 ਸਥਾਨ ਜਾਂ ਲੋਕ ਸਭਾ ਵਿੱਚ 20 ਸਥਾਨ ਹਾਸਲ ਹੋਣੇ ਚਾਹੀਦੇ ਹਨ। ਪ੍ਰਸ਼ਨ 25ਵਾਂ ਹੈਗਾ ਕਿਹੜੇ ਆਧਾਰਾਂ 'ਤੇ ਰਾਜਨੀਤਿਕ ਦਲਾਂ ਦਾ ਨਿਰਮਾਣ ਹੁੰਦਾ ਹੈ। ਇਸ ਦਾ ਆਨਸਰ ਹੈਗਾ ਭਾਰਤ ਵਿੱਚ ਰਾਜਨੀਤਿਕ ਦਲਾਂ ਦੇ ਮੁੱਖ ਆਧਾਰ ਹੇਠ ਲਿਖੇ ਹਨ। ਨੰਬਰ 1 ਵਿਚਾਰਿਕ ਜਾਂ ਸਿਧਾਂਤਿਕ ਆਧਾਰ, ਨੰਬਰ 2 ਖੇਤਰੀ ਆਧਾਰ, ਨੰਬਰ 3 ਧਾਰਮਿਕ ਆਧਾਰ ਅਤੇ ਨੰਬਰ 4 ਜਾਤੀ ਆਧਾਰ, ਨੰਬਰ 5 ਭਾਸ਼ਾਈ ਆਧਾਰ। ਉਸ ਤੋਂ ਅੱਗੇ 26ਵਾਂ ਪ੍ਰਸ਼ਨ ਹੈਗਾ ਲੋਕ ਸਭਾ ਵਿੱਚ ਸਰਕਾਰੀ ਤੌਰ 'ਤੇ ਵਿਰੋਧੀ ਦਲ ਨੂੰ ਮਾਨਤਾ ਕਿਸ ਤਰ੍ਹਾਂ ਦਿੱਤੀ ਜਾਂਦੀ ਹੈ। ਆਨਸਰ ਹੈਗਾ ਲੋਕ ਸਭਾ ਵਿੱਚ ਵਿਰੋਧੀ ਦਲ ਨੂੰ ਸਰਕਾਰੀ ਮਾਨਤਾ ਸਪੀਕਰ ਪ੍ਰਦਾਨ ਕਰਦਾ ਹੈ। ਅਜਿਹੀ ਮਾਨਤਾ ਉਸ ਦਲ ਨੂੰ ਦਿੱਤੀ ਜਾਂਦੀ ਹੈ ਜਿਸ ਨੂੰ ਦੂਜੇ ਵਿਰੋਧੀ ਦਲਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਸੀਟਾਂ ਪ੍ਰਾਪਤ ਹੋਣ, ਜਿਸ ਨੂੰ ਘੱਟ ਤੋਂ ਘੱਟ ਲੋਕ ਸਭਾ ਦੇ ਕੁਝ ਮੈਂਬਰਾਂ ਦਾ 10ਵੇਂ ਭਾਗ ਦੇ ਬਰਾਬਰ ਸੀਟਾਂ ਮਿਲੀਆਂ ਹੋਣ, ਭਾਵ ਲੋਕ ਸਭਾ ਵਿੱਚ ਘੱਟ ਤੋਂ ਘੱਟ 54 ਸਥਾਨ ਜ਼ਰੂਰ ਮਿਲੇ ਹੋਣੇ ਚਾਹੀਦੇ ਹਨ। ਪ੍ਰਸ਼ਨ 27ਵਾਂ ਭਾਰਤ ਵਿੱਚ ਵਿਰੋਧੀ ਦਲ ਦਾ ਸਰੂਪ ਕੀ ਹੈ। ਆਨਸਰ ਹੈਗਾ ਭਾਰਤ ਵਿੱਚ ਵਿਰੋਧੀ ਦਲ ਦਾ ਸਰੂਪ ਬਹੁਦਲੀ ਹੈ। ਇਸ ਦਾ ਭਾਵ ਹੈ ਕਿ ਵਿਰੋਧੀ
ਧਿਰ ਅਨੇਕਾਂ ਛੋਟੇ-ਛੋਟੇ ਦਲਾਂ ਵਿੱਚ ਵੰਡਿਆ ਹੋਇਆ ਹੈ, ਜਿਸ ਕਰਕੇ ਇਹ ਪ੍ਰਭਾਵਸ਼ਾਲੀ ਭੂਮਿਕਾ ਨਿਭਾਏ ਜਾਣ ਦੇ ਅਸਮਰੱਥ ਰਹਿੰਦਾ ਹੈ। ਪ੍ਰਸ਼ਨ 28ਵਾਂ ਭਾਰਤ ਵਿੱਚ ਰਾਜਨੀਤਿਕ ਦਲਾਂ ਵਿੱਚ ਅੰਦਰੂਨੀ ਲੋਕਤੰਤਰ ਦੀ ਘਾਟ ਹੈ। ਟਿੱਪਣੀ ਕਰੋ। ਆਨਸਰ ਭਾਰਤ ਵਿੱਚ ਪ੍ਰਮੁੱਖ ਰਾਜਨੀਤਿਕ ਦਲਾਂ ਦਾ ਸੰਗਠਨ ਲੋਕਤੰਤਰੀ ਸਿਧਾਂਤ 'ਤੇ ਆਧਾਰਿਤ ਨਹੀਂ ਹੈ। ਰਾਜਨੀਤਿਕ ਦਲਾਂ ਦੇ ਹੇਠਲੇ ਪੱਧਰ 'ਤੇ ਸੰਗਠਨ ਫੈਸਲਾ ਲੈਣ ਵਿੱਚ ਸੁਤੰਤਰ ਨਹੀਂ ਹੁੰਦੇ। ਉਹਨਾਂ ਨੂੰ ਦਲ ਦੇ ਉੱਚ ਕਮਾਂਡ ਦੇ ਆਦੇਸ਼ਾਂ ਅਨੁਸਾਰ ਕਾਰਜ ਕਰਨਾ ਪੈਂਦਾ ਹੈ। ਪ੍ਰਸ਼ਨ 29ਵਾਂ ਰਾਜਨੀਤਿਕ ਦਲਾਂ ਵਿੱਚ ਵਿਚਾਰਾਤਮਕ ਵਚਨਬੱਧ ਦੀ ਕਮੀ ਤੋਂ ਤੁਹਾਡਾ ਕੀ ਭਾਵ ਹੈ? ਆਨਸਰ ਭਾਰਤ ਵਿੱਚ ਰਾਜਨੀਤਿਕ ਦਲਾਂ ਵਿੱਚ ਵਿਚਾਰਾਤਮਕ ਵਚਨਬੱਧਤਾ ਦੀ ਕਮੀ ਹੈ। ਭਾਰਤ ਵਿੱਚ ਵਧੇਰੇ ਰਾਜਨੀਤਿਕ ਦਲ ਮੌਕਾ ਪ੍ਰਸਤ ਹਨ ਅਤੇ ਆਪਣੇ ਸੋੜੇ ਹਿੱਤਾਂ ਦੀ ਪੂਰਤੀ ਲਈ ਆਪਣੇ ਸਿਧਾਂਤਾਂ ਨੂੰ ਕੁਰਬਾਨ ਕਰ ਦਿੰਦੇ ਹਨ। ਭਾਰਤ ਵਿੱਚ ਮਿਲੀਆਂ ਜੁਲੀਆਂ ਸਰਕਾਰਾਂ ਰਾਜਨੀਤਿਕ ਮੌਕਾ ਪ੍ਰਸਤਾਵ ਹੀ ਉਪਜ ਹਨ। ਪ੍ਰਸ਼ਨ 30ਵਾਂ ਭਾਰਤੀ ਰਾਜਨੀਤਿਕ ਦਲਾਂ ਵਿੱਚ ਥੜੇਬੰਦੀ ਪਾਈ ਜਾਂਦੀ ਹੈ। ਟਿੱਪਣੀ ਕਰੋ। ਆਨਸਰ ਹੈਗਾ ਭਾਰਤ ਵਿੱਚ ਲਗਭਗ ਸਾਰੇ ਰਾਜਨੀਤਿਕ ਦਲਾਂ ਵਿੱਚ ਥੜੇਬੰਦੀ ਪਾਈ ਜਾਂਦੀ ਹੈ। ਥੜੇਬੰਦੀ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਦਲ ਦੀ ਏਕਤਾ ਨੂੰ ਨੁਕਸਾਨ ਪਹੁੰਚਾਉਂਦੇ ਹਨ। ਥੜਿਆਂ ਦੇ ਆਪਸੀ ਵਿਰੋਧ ਕਾਰਨ ਦਲ ਦੀ ਏਕਤਾ ਨਸ਼ਟ ਹੋ ਜਾਂਦੀ ਹੈ ਅਤੇ ਉਸ ਦੇ ਟੁੱਟਣ ਦਾ ਡਰ ਰਹਿੰਦਾ ਹੈ। ਥੜੇਬੰਦੀ ਕਾਰਨ ਕਾਂਗਰਸ ਦੀ 4 ਵਾਰ ਵੰਡ ਹੋਈ ਹੈ ਅਤੇ ਕਈ ਮਹੱਤਵਪੂਰਨ ਖੇਤਰੀ ਦਲਾਂ ਦੀ ਵੰਡ ਵੀ ਹੋ ਚੁੱਕੀ ਹੈ। ਤਾਂ ਹਾਂਜੀ ਦੋਸਤੋ, ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਇਸ 'ਚ ਆਪਾਂ ਤੁਹਾਨੂੰ 2 ਅੰਕਾਂ ਵਾਲੇ ਇੰਪੋਰਟੈਂਟ ਪ੍ਰਸ਼ਨ ਦੱਸੇ। ਜਿਹੜੇ ਹੋਰ ਆਪਣੇ 2 ਅੰਕਾਂ ਵਾਲੇ ਇੰਪੋਰਟੈਂਟ ਪ੍ਰਸ਼ਨ ਅਤੇ 4 ਅੰਕਾਂ ਵਾਲੇ ਪ੍ਰਸ਼ਨ ਨੇ, ਉਹ ਤੁਹਾਨੂੰ ਟੈਲੀਗ੍ਰਾਮ ਚੈਨਲ 'ਤੇ PDF ਮਿਲ ਜਾਊਗਾ। ਉੱਥੋਂ ਤੁਸੀਂ ਇਸ ਨੂੰ ਲਰਨ ਕਰ ਸਕਦੇ ਹੋ। ਧੰਨਵਾਦ। ਅੱਜ ਦੀ ਵੀਡੀਓ 'ਚ ਇੰਨਾ ਹੀ। ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ।